सतनाम श्री वाहिगुरु साहिब जीओ। राग आसा महला चौथा सो पुरख। एक ओंकार सतगुर प्रसाद। सो पुरख निरंजन हर पुरख निरंजन। हरि अगमा अगमी अपार। सब त्यावे तुर जी। हर सच्चे सिरजनहारा। सब जी तुम्हारे जी। तू जिया का दातारा। हर ध्यावो संतो जी। सब दुख विसारन हारा। हरे आपे ठाकुर हरे आपे सेवक जी। क्या नानक जंत विचारा। हरे आपे ठाकुर हरे आपे सेवक जी। क्या नानक जंत विचारा। वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो। ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰ ਕਰਦੇ ਹੋਏ ਰਹਿਰਾਸ ਸਾਹਿਬ ਜੀ ਦੇ ਅਗਲੇ ਸ਼ਬਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਤੇ ਪਹੁੰਚੇ ਹਾਂ। ਇਹ ਪਵਿੱਤਰ ਸ਼ਬਦ ਚੌਥੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦੀ ਉਥਾਨਕਾ ਦੱਸਦੇ ਹੈ ਕਿ ਇੱਕ ਵਾਰੀ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਜਿਸ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਪਰਮੇਸ਼ਰ ਦੇ ਦਰ ਘਰ ਦੀ ਗੱਲ ਕੀਤੀ ਹੈ, ਸੋ ਦਰ ਸ਼ਬਦ ਉਚਾਰਨ ਕਰਕੇ ਉਸ ਘਰ ਦੀ ਗੱਲ ਕੀਤੀ ਹੈ। ਮਹਾਰਾਜ ਇਸੇ ਤਰ੍ਹਾਂ ਹੀ ਆਪ ਜੀ ਕੁਛ ਉਸ ਪਰਮੇਸ਼ਰ ਦੀ ਜਾਣਕਾਰੀ ਦਿਓ ਔਰ ਉਸ ਪਰਮੇਸ਼ਰ ਦੀ ਪਰਮ ਪੁਰਖ ਦੀ ਮਹਾਂਪੁਰਖ ਪਰਮੇਸ਼ਰ ਦੀ ਗੱਲ ਕਰਨੀ ਕਰੋ ਮਹਾਰਾਜ। ਤਾਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਸੰਗਤਾਂ ਦੀ ਇਹ ਬੇਨਤੀ ਪ੍ਰਵਾਨ ਕਰਕੇ ਜਿਸ ਵੇਲੇ ਸਤਿਗੁਰੂ ਰਾਮਦਾਸ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਵਾਸ ਕਰਕੇ ਸੰਗਤਾਂ ਨੂੰ ਤਾਰ ਰਹੇ ਸੀ, ਤਾਂ ਸਤਿਗੁਰੂ ਸੰਗਤਾਂ ਦੀ ਇਹ ਬੇਨਤੀ ਸੁਣ ਕਰਕੇ ਕਹਿਣ ਲੱਗੇ, ਠੀਕ ਹੈ ਸਿੱਖੋ, ਜਿਸ ਤਰ੍ਹਾਂ ਪਹਿਲੇ ਪਾਤਸ਼ਾਹ ਜੀ ਨੇ ਸੱਚਖੰਡ ਪਹੁੰਚ ਕੇ ਉਸ ਪ੍ਰਭੂ ਦੇ ਸਨਮੁਖ ਸੋਦਰ ਦਾ ਸ਼ਬਦ ਉਚਾਰਨ ਕੀਤਾ ਹੈ, ਉਸ ਦਰ ਘਰ ਬਾਰੇ ਦੱਸਿਆ, ਉਵੇਂ ਆਪ ਜੀ ਕਿਰਪਾ ਕਰਕੇ ਉਸ ਪੁਰਖ ਦੀ ਗੱਲ ਵੀ ਕਰਨਗੇ। ਆਓ ਗੁਰੂ ਨਾਨਕ ਜੀ ਦੀ ਕਿਰਪਾ ਲੈ ਕਰਕੇ ਆਪਾਂ ਉਸ ਵਿਚਾਰ ਨੂੰ ਆਰੰਭ ਕਰੀਏ। ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਸ਼ਬਦ ਉਚਾਰਨ ਕੀਤਾ, ਜੋ ਰਾਗ ਆਸਾ ਦੇ ਵਿੱਚ ਉਚਾਰਿਆ ਗਿਆ, ਜਿਸ ਦਾ ਸਿਰਲੇਖ ਰੱਖਿਆ ਗਿਆ ਸੋ ਪੁਰਖ। ਸੋ ਪੁਰਖ ਦਾ ਮਤਲਬ ਹੈ ਉਹ ਪੁਰਖ, ਉਹ ਪਰਮਾਤਮਾ ਜਿਸ ਦੇ ਬਾਰੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਰਹਿਰਾਸ ਸਾਹਿਬ ਜੀ ਦੇ ਸ਼ਬਦ ਵਿੱਚ ਉਚਾਰਨ ਕਰਦੇ ਹਨ। ਆਓ ਆਰੰਭ ਕਰੀਏ।
ਕੀ ਬਖਸ਼ਿਸ਼ ਕਰਦੇ ਹੈ ਚੌਥੇ ਨਾਨਕ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਰਾਗ ਆਸਾ ਮਹਲਾ ਚੌਥਾ। ਰਾਗ ਆਸਾ ਹੈ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦਾ ਸਿਰਲੇਖ ਹੈ ਸੋ ਪੁਰਖ, ਭਾਵ ਉਹ ਪੁਰਖ ਪਰਮੇਸ਼ਰ ਜਿਸ ਦੀ ਇਸ ਦੇ ਵਿੱਚ ਅਸੀਂ ਗੱਲ ਕਰਨ ਲੱਗੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਸਰਵ ਵਿਆਪਕ, ਬਿਨਾਂ ਭੇਦ ਭਾਵ ਦੇ ਇੱਕ ਰਸ, ਅਦਵੈਤ, ਅਖੰਡ, ਸਭ ਦੇ ਵਿੱਚ ਸਮਾਇਆ ਹੋਇਆ ਹੈ। ਜਿਮੀ ਅਸਮਾਨ ਕੈ ਸਮਸਤ ਬੀਚ ਇੱਕ ਜੋਤ ਹੈ, ਨਾ ਬਾਧ ਹੈ ਨਾ ਘਾਟ ਹੈ, ਨਾ ਘਾਟ ਬਾਧ ਹੋਤ ਹੈ ਦੇ ਮਹਾਵਾਕ ਅਨੁਸਾਰ ਉਹ ਇੱਕ ਹੈ। ਓੰਗ ਕੁਦਰਤ ਸ੍ਰਿਸ਼ਟੀ ਉਸੇ ਦਾ ਰੂਪ ਹੈ, ਇਹਦੇ ਵਿੱਚ ਸਮਾਇਆ ਹੋਇਆ। ਕਾਰ ਮਤਲਬ ਲਗਾਤਾਰ ਹਰ ਵੇਲੇ ਹੈ ਵੀ ਸੱਚ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਦੇ ਮਹਾਵਾਕ ਅਨੁਸਾਰ ਉਹ ਸਤ ਹੈ। ਉਹ ਸਾਡੇ ਜੀਵਨ ਦਾ ਗੁਰ ਹੈ। ਪ੍ਰਸਾਦ ਉਹ ਸਭ ਦੇ ਲਈ ਆਨੰਦ ਰੂਪ ਹੈ। ਉਹ ਆਨੰਦ ਹੈ। ਆਨੰਦ ਹੀ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਉਸ ਆਨੰਦ ਨੂੰ ਪਾਉਣ ਦੇ ਲਈ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੀ ਲੋੜ ਹੈ। ਅੱਗੇ ਸ਼ਬਦ ਆਰੰਭ ਕਰਦੇ ਹਨ ਸਤਿਗੁਰੂ ਪਾਤਸ਼ਾਹ ਜੀ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਗੁਰਸਿੱਖੋ, ਉਹ ਜੋ ਪੁਰਖ ਪੂਰਨ ਭਾਵ ਵਿਆਪਕ ਪ੍ਰਭੂ ਹੈ, ਨਿਰੰਜਨ ਮਾਇਆ ਦੀ ਕਾਲਸ ਤੋਂ ਰਹਿਤ ਹੈ, ਜਿਸ ਨੂੰ ਮਾਇਆ ਨੇ ਨਹੀਂ ਬਣਾਇਆ। ਸਾਡੇ ਸਰੀਰ ਜਿਹੜੇ ਹਨ ਉਹ ਮਾਇਆ ਤੋਂ ਬਣੇ ਹੈ, ਪੰਜਾਂ ਤੱਤਾਂ ਤੋਂ ਬਣੇ ਹੈ, ਪਰ ਉਹ ਆਪਣੇ ਆਪੇ ਤੋਂ ਪ੍ਰਗਟ ਹੋਇਆ ਹੈ। ਸ਼ੁੱਧ ਸਰੂਪ ਹਰ ਪੁਰਖ ਨਿਰੰਜਨ, ਹਰੀ ਭਰੀ ਸ੍ਰਿਸ਼ਟੀ ਨੂੰ ਹਰਾ ਕਰਨ ਵਾਲਾ, ਭਾਵ ਸਦਾ ਚਲਾਉਣ ਵਾਲਾ, ਹਰਿਆ ਕਰਨ ਵਾਲਾ। ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ। ਮਾਇਆ ਦੀ ਕਾਲਖ ਤੋਂ ਰਹਿਤ, ਨਿਰੰਜਨ, ਅੰਜਨ ਰਹਿਤ। ਨਿਰੰਜਨ ਰੰਜ ਹੁੰਦਾ, ਦੁਖੀ ਹੋਣਾ, ਰੰਜ ਹੋਣਾ। ਦੁੱਖਾਂ ਤੋਂ ਵੀ ਰਹਿਤ ਹੈ, ਕਾਲਖ ਤੋਂ ਵੀ ਰਹਿਤ ਹੈ। ਵਾਹਿਗੁਰੂ ਹਰ ਪੁਰਖ ਨਿਰੰਜਨ, ਸੰਸਾਰ ਨੂੰ ਹਰਿਆ ਭਰਿਆ ਕਰਨ ਵਾਲਾ, ਜਿਸ ਦਾ ਇੱਕ ਨਾਮ ਹਰੀ ਵੀ ਹੈ। ਪੁਰਖ ਸੰਸਾਰ ਨੂੰ ਪੂ ਨਾਮੇ ਨਰਕਾਂ ਤੋਂ ਰੱਖਣ ਵਾਲਾ, ਭਾਵ ਟੇਢੀਆਂ ਜੂਨਾਂ ਚੋਂ ਕੱਢਣ ਵਾਲਾ, ਜਿਸ ਦਾ ਸਰਗੁਣ ਸਰੂਪ ਨਿਰੰਜਨ ਰੂਪ ਰੰਜ ਤੋਂ, ਦੁੱਖਾਂ ਤੋਂ ਪਰੇ ਹੈ, ਰੋਗਾਂ ਤੋਂ ਪਰੇ ਹੈ, ਆਨੰਦ ਸਰੂਪ ਹੈ। ਜਿਸ ਤਰ੍ਹਾਂ ਨਾਨਕ ਜੀ ਦਾ ਨਾਮ ਰੱਖਦਿਆਂ ਪੰਡਿਤ ਹਰਦਿਆਲ ਕਹਿੰਦਾ, ਮਹਿਤਾ ਕਲਿਆਣ ਦਾਸ ਜੀ ਨੂੰ ਇਸ ਦਾ ਨਾਮ ਨਾਨਕ ਕਿਉਂ ਰੱਖਿਆ ਹੈ? ਨਾ ਅਨ ਅੱਕ, ਜਿਹੜਾ ਕਦੇ ਵੀ ਅੱਕਦਾ ਨਹੀਂ, ਦੁਖੀ ਨਹੀਂ ਹੁੰਦਾ, ਸਦਾ ਸੁੱਖਾਂ ਦੇ ਵਿੱਚ ਪ੍ਰਵਿਰਤ ਹੈ, ਆਨੰਦ ਵਿੱਚ ਰਹਿਣ ਵਾਲਾ ਇਹ ਉਹ ਹੈ। ਹਰ ਅਗਮ ਅਗਮ ਅਪਾਰਾ, ਉਹ ਆਨੰਦ ਸਰੂਪ ਹਰੀ ਜਿਹੜਾ ਹੈ ਪ੍ਰਭੂ, ਅਗਮ ਅਗਮ ਅਪਾਰਾ, ਪਰੇ ਤੋਂ ਪਰੇ, ਜਿਸ ਨੂੰ ਵੇਦਾਂ ਵਿੱਚ ਵੀ ਦੱਸਣਾ ਕੀਤਾ। ਨੇਤ ਨੇਤ ਵਣ ਤ੍ਰਿਣ
ਸ੍ਰਿਸ਼ਟੀ ਸਾਰੀ ਵੇਦਾਂ ਦੇ ਵਿੱਚ ਉਸ ਨੂੰ ਨਿਤ ਨਵਾਂ ਕਹਿੰਦੀ ਹੈ। ਨੇਤ ਨੇਤ ਵੰਟਣ ਕਹਿਤ ਅਗੰਮ ਅਗਾਧ, ਉਹ ਕਿਸੇ ਖਾਸ ਰਸਤੇ ਨਾਲ ਨਹੀਂ ਮਿਲਦਾ, ਉਹ ਸਾਰਿਆਂ ਨੂੰ ਹੀ ਮਿਲਦਾ, ਸਭ ਦਾ ਹੀ ਹੈ। ਅਸਲ ਮਿਲਣ ਦਾ ਰਸਤਾ ਉਸ ਦਾ ਪ੍ਰੇਮ ਹੈ। ਵੇਦਾਂ ਕਰਕੇ ਅਗੰਮ ਹੈ ਤੇ ਪ੍ਰਕਿਰਤੀ ਕਰਕੇ ਬੇਅੰਤ ਹੈ, ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ। ਅਗਮ ਅਗਮ ਅਗਾਧ ਬੋਧ, ਕੀਮਤ ਪਰੇ ਨ ਪਾਵੋ। ਇਸ ਕਰਕੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਹੈ, ਪਰੇ ਤੋਂ ਪਰੇ ਹੈ, ਅਗਮ ਅਗਮ ਅਪਾਰਾ। ਐਸੇ ਉਸ ਦੇ ਲੱਛਣ ਹਨ ਜੋ ਸਾਡੀ ਇੰਦਰੀਆਂ ਦੀ ਪਹੁੰਚ ਤੋਂ ਵੀ ਪਰੇ ਹੈ, ਮਨ ਤੋਂ ਵੀ ਪਰੇ ਹੈ, ਪ੍ਰਾਣਾਂ ਤੋਂ ਵੀ ਪਰੇ ਹੈ। ਪਰਮਾਣੂ ਸਰੂਪ ਹੈ ਜੋ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਹੈ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਹਨ, ਸਿੱਖੋ ਸਭ ਧਿਆਵੇ ਤੁਧ ਜੀ। ਹੈ ਪਰਿਪੂਰਨ ਪਰਮੇਸ਼ਰ ਪਰਮਾਤਮਾ, ਤੈਨੂੰ ਸਾਰੇ ਹੀ ਧਿਆਉਂਦੇ ਹਨ, ਐਸਾ ਕੋਈ ਵੀ ਨਹੀਂ ਜਿਹੜਾ ਉਹਨੂੰ ਸਿਮਰਦਾ ਨਹੀਂ। ਜਿਸ ਤਰ੍ਹਾਂ ਬਚਨ ਹੈ, ਮੋਰ ਮੀਨ ਮਿਰਗ ਪੰਖੇਰੂ, ਜੋ ਬੋਲਤ ਹੈ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਵੀ ਹਰੀ ਦਾ ਨਾਮ ਲੈਂਦੇ ਹਨ। ਸਭ ਧਿਆਵੇ ਤੁਰ ਜੀ। ਸਾਰੀ ਸ੍ਰਿਸ਼ਟੀ ਤੈਨੂੰ ਯਾਦ ਕਰਦੀ ਹੈ। ਗਾਵਨ ਤੁਧਨੋ ਪਵਨ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਜਾਂ ਆਸਾ ਦੀ ਵਾਰ ਦਾ ਬਚਨ ਹੈ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ। ਸਾਰੀ ਸ੍ਰਿਸ਼ਟੀ ਉਹਦੇ ਡਰ ਦੇ ਅੰਦਰ ਚੱਲਦੀ ਹੈ ਤੇ ਉਹਨੂੰ ਯਾਦ ਰੱਖਦੀ ਹੈ, ਉਹਨੂੰ ਗਾਉਂਦੀ ਹੈ। ਸਭ ਧਿਆਵੇ ਤੁਧ ਜੀ, ਹਰ ਸੱਚੇ ਸਿਰਜਣਹਾਰਾ। हे परिपूर्ण परमेश्वर परमात्मा, तेरे निर्गुण स्वरूप ਨੂੰ ਸਰੀਰ ਧਾਰਨ ਕਰਕੇ ਸਾਰੀ ਸ੍ਰਿਸ਼ਟੀ ਗਾਉਂਦੀ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਫਿਰ ਜਾਪ। ਇਹਨਾਂ ਸਰੀਰਾਂ ਦੇ ਵਿੱਚ ਤੈਨੂੰ ਸਾਰੇ ਸਿਮਰਦੇ ਹਨ, ਤੂੰ ਹੀ ਕਹਿੰਦੇ ਹੋਏ ਦੋ ਵਾਰੀ ਲਿਖਣ ਦਾ ਮਤਲਬ ਹੈ ਕਿ ਤੈਨੂੰ ਪਹਿਲਾਂ ਵੀ ਧਿਆਉਂਦੇ ਸੀ, ਅੱਜ ਵੀ ਧਿਆਉਂਦੇ ਹੈ ਅਤੇ ਵਰਤਮਾਨ ਵਿੱਚ ਵੀ ਧਿਆਉਂਦੇ ਹੈ ਤੇ ਭਵਿੱਖ ਦੇ ਵਿੱਚ ਵੀ ਤੈਨੂੰ ਧਿਆਉਣਗੇ। ਤੈਨੂੰ ਹਰ ਵੇਲੇ ਦੁਨੀਆ ਧਿਆਉਂਦੀ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਤੂੰ ਹਮੇਸ਼ਾ ਹੀ ਰਹਿਣ ਵਾਲਾ ਹੈ। ਪਹਿਲਾਂ ਵੀ ਸੀ, ਯੁੱਗਾਂ ਵਿੱਚ ਵੀ ਸੀ ਤੇ ਯੁੱਗਾਂ ਤੋਂ ਬਾਅਦ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਤੂੰ ਰਵੇਂਗਾ। ਸਾਰੀ ਦੁਨੀਆ ਤੈਨੂੰ ਮਨ ਬਾਣੀ ਸਰੀਰ ਕਰਕੇ ਧਿਆਉਂਦੀ ਹੈ, ਅਥਵਾ ਧਿਆਉਣ ਵਾਲੇ ਹੋ ਕੇ ਸਾਰੇ ਹੀ ਜੀਵ ਤੈਨੂੰ ਸਭੈ ਭਾਵ ਭੈ ਸਹਿਤ ਭੈ ਕਰਕੇ ਤੈਨੂੰ ਯਾਦ ਕਰਦੇ ਹਨ। ਜਦੋਂ ਵੀ ਕਿਸੇ ਨੂੰ ਮੌਤ ਦਾ ਡਰ ਦਿਖਾਈ ਦਿੰਦਾ ਤੇ ਉਸ ਨੂੰ ਰੱਬ ਯਾਦ ਆ ਜਾਂਦਾ। ਇਸ ਕਰਕੇ ਸਾਰੇ ਹੀ ਭੈ ਕਰਕੇ ਤੈਨੂੰ ਗਾਉਣਾ ਕਰਦੇ ਹਨ। ਤੋਮਰੀ ਜੀ ਅਕਥ ਕਥਾ ਤੂੰ ਹੀ ਜਾਣੈ ਹੋ ਹਰ ਜਾ ਭਈ ਨਿਹਾਲ 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 ਨਿਹਾਲ। ਤੇਰੀ ਕਥਾ ਨੂੰ ਤੂੰ ਹੀ ਜਾਣਦਾ ਹੈ। ਸਾਰੀ ਦੁਨੀਆ ਤੈਨੂੰ ਤੂੰ ਹੀ ਕਰਕੇ ਗਾਉਂਦੀ ਹੈ। ਸਭ ਜੀ ਤੁਮਹਾਰੇ ਜੀ। ਹੈ ਪਰਿਪੂਰਨ ਪਰਮੇਸ਼ਰ, ਇਹ 84 ਲੱਖ ਜੂਨੀਆਂ ਵਿੱਚ ਪੈਦਾ ਹੋਏ ਸਾਰੇ ਜੀਵ ਤੇਰੇ ਤੋਂ ਹੀ ਪੈਦਾ ਹੋਏ ਹਨ। ਜਿਨ ਉਪਾਈ ਰੰਗ ਰਵਾਈ
ਬੈਠਾ ਵੇਖੈ ਵਖ ਅਕੇਲਾ, ਤੇ ਤੂੰ ਹੀ ਇਹਨਾਂ ਦਾ ਦਾਤਾ ਹੈ, ਦਾਤਾ ਵਰਤਣ ਵਾਲਾ, ਇਹਨਾਂ ਨੂੰ ਦੇਣ ਵਾਲਾ ਦਾਤਾਰ ਹੈ। ਜੀਵਾਂ ਨੂੰ ਰੋਜੀ, ਗਿਆਨ, ਪਿਆਰ, ਬ੍ਰਹਮ ਵਿਦਿਆ, ਸਵਾਸ ਆਦਿਕ ਸਭ ਦੇਣ ਵਾਲਾ ਦਾਤਾ ਤੂੰ ਹੈ। ਮਿਹਰਬਾਨ ਸਹਿ ਮੇਰਾ ਮਿਹਰਬਾਨ, ਜੀ ਸਗਣ ਕੋ ਦੇ ਦਾਨ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਉਹ ਸਭ ਨੂੰ ਦਾਤਾਂ ਦੇਣ ਵਾਲਾ ਹੈ, ਬਣਾਉਣ ਵਾਲਾ ਤੇ ਢਾਉਣ ਵਾਲਾ ਵੀ ਉਹ ਆਪ ਹੈ। ਤੂੰ ਭੰਨਣ ਘੜਨ ਸਮਰੱਥ ਦਾਤਾਰ ਹੈ। ਤੁਧ ਆਗੈ ਮੰਗਣ ਨੋ ਹੱਥ ਜੋੜ, ਖੜੀ ਸਭ ਹੋਈ ਸਾਰੀ ਦੁਨੀਆ ਤੇਥੋਂ ਮੰਗਦੀ ਹੈ। ਤੁਧ ਜੇਵੜ ਦਾਤਾਰ, ਮੈਂ ਕੋਈ ਨਜ਼ਰ ਨਾ ਆਵਈ। ਤੁਧ ਸਭ ਸੇ ਨੂੰ ਦਾਨ ਦਿੱਤਾ, ਖੰਡੀ ਵਰ ਭੰਡੀ, ਪਾਤਾਲੀ ਪੁਰੀ ਸਭ ਲੋਈ। ਸਾਰੇ ਲੋਕਾਂ ਨੂੰ ਦਾਨ ਦੇਣ ਵਾਲਾ ਤੂੰ ਹੈ। ਸਿੱਖਾਂ ਦੀ ਬੇਨਤੀ ਕਰਨ ਤੇ ਚੌਥੇ ਪਾਤਸ਼ਾਹ ਜੀ ਉਸ ਪਰਮੇਸ਼ਰ ਦੇ ਬਾਰੇ ਦੱਸਣਾ ਕਰਦੇ ਹਨ। ਫਿਰ ਸਾਨੂੰ ਸੰਬੋਧਨ ਕਰਕੇ ਕਹਿੰਦੇ ਹਨ, ਉਹ ਸੰਤੋ ਭਾਵ ਰੱਬ ਦੇ ਪਿਆਰਿਓ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਰੱਬ ਦੇ ਪਿਆਰੇ, ਪਰਮੇਸ਼ਰ ਦੇ ਪਿਆਰਿਓ, ਆਓ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਹਮੇਸ਼ਾ ਸਿਮਰਿਆ ਕਰੀਏ, ਅੱਜ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ, ਕਿਉਂਕਿ ਉਹ ਹੀ ਸਾਡੇ ਸਾਰੇ ਦੁੱਖਾਂ ਦਾ ਜਿਹੜਾ ਹੈ ਖਾਤਮਾ ਕਰਨ ਵਾਲਾ ਹੈ। ਸਭ ਦੁੱਖ ਵਿਸਾਰਨ ਹਾਰਾ। ਉਸ ਪਰਮੇਸ਼ਰ ਨੂੰ ਭੁਲਾਉਣ ਕਰਕੇ ਜੀਵ ਨੂੰ ਦੁੱਖ ਚੰਬੜਦੇ ਹੈ ਤੇ ਯਾਦ ਕਰਕੇ ਦੁੱਖ ਦੂਰ ਹੁੰਦੇ ਹੈ। ਪ੍ਰੀਤਮ ਦਾ ਬਚਨ ਹੈ 12 ਮਾਹਾਂ ਚੋਂ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿਨਮੈ ਕੌੜੇ ਹੋਏ ਗਏ ਜਿਤਲੇ ਮਾਇਆ ਭੋਗਦੇ ਮਹਾਵਾਕ ਅਨੁਸਾਰ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੀ ਸਾਡੇ ਦੁੱਖਾਂ ਦਾ ਖਾਤਮਾ ਕਰਨ ਵਾਲਾ ਹੈ। ਹਰਿ ਆਪੇ ਠਾਕੁਰ, ਹਰਿ ਆਪੇ ਸੇਵਕ ਜੀਓ। ਮਾਲਕ ਵੀ ਆਪ ਹੈ ਤੇ ਸੇਵਕ ਵੀ ਆਪ ਹੈ। ਭਾਵ ਸਰੀਰਾਂ ਦੇ ਵਿੱਚ ਜਿੱਥੇ ਜੀਵ ਵਸਦਾ ਹੈ, ਉੱਥੇ ਪਰਮੇਸ਼ਰ ਦਾ ਵੀ ਵਾਸਾ ਹੈ। ਤੂੰ ਆਪ ਮਾਲਕ ਹੈ, ਆਪ ਸੇਵਕ ਹੈ। ਕਿਆ ਨਾਨਕ ਜੰਤ ਵਿਚਾਰਾ। ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ, ਇਹ ਨਾਨਕ ਕੀ ਤੇਰਾ ਵਿਚਾਰ ਦੱਸੇ, ਕੀ ਤੇਰੇ ਬਾਰੇ ਜਸ ਕਰੇ ਤੇਰਾ, ਕਿਉਂਕਿ ਤੂੰ ਆਪ ਹੀ ਸਭ ਜਾਣਦਾ ਹੈ, ਸਭ ਥਾਂ ਤੇ ਆਪ ਹੀ ਵਰਤ ਰਿਹਾ ਹੈ। ਜਿਵੇਂ ਪ੍ਰੀਤਮ ਦਾ ਬਚਨ ਹੈ, ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣਹਾਰਾ। ਆਪੇ ਦੇਖੈ ਆਪੇ ਬੂਝੈ, ਆਪੇ ਹੈ ਵਣਜਾਰਾ। ਅੰਧਲਾ ਨੀਚ ਜਾਤ ਪਰਦੇਸੀ, ਅੰਧਲਾ ਨੀਚ ਜਾਤ ਪਰਦੇਸੀ। ਖਿਨ ਆਵੈ ਤਿਲ ਜਾਵੈ, ਤਾਂ ਕਿ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੈ। ਇਸੇ ਤਰ੍ਹਾਂ ਭਗਤ ਪੀਪਾ ਜੀ ਵੀ ਆਪਣੇ ਬਚਨਾਂ ਵਿੱਚ ਬਿਆਨ ਕਰਦੇ ਹਨ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਭਗਤ ਰਵਿਦਾਸ ਜੀ ਕਹਿੰਦੇ ਹਨ, ਤੂੰ ਹੀ ਦੀਵਾ, ਤੂੰ ਹੀ ਬੱਤੀ, ਤੂੰ ਹੀ ਤੇਲ, ਤੇਰਾ ਹੀ ਪ੍ਰਕਾਸ਼ ਹੈ ਸਾਰਿਆਂ ਦੇ ਵਿੱਚ। ਤੂੰ ਆਪੇ ਠਾਕੁਰ, ਆਪੇ ਸੇਵਕ ਜੀ। ਕਿਆ ਨਾਨਕ ਜੰਤ ਵਿਚਾਰਾ। ਇਹ ਨਾਨਕ ਤੇਰਾ ਜੀਵ ਇੱਕ ਛੋਟਾ ਜਿਹਾ ਕੀ ਵਿਚਾਰ ਦੱਸੇ। ਤੂੰ ਖੜ ਗੜ ਅੰਤਰ ਸਰਬ ਨਿਰੰਤਰ ਜੀ। ਇਹ ਸਾਰਿਆਂ ਦੇ ਹਿਰਦੇ ਵਿੱਚ ਵਸਣ ਵਾਲੇ ਪਰਿਪੂਰਨ ਪਰਮੇਸ਼ਰ ਪਰਮਾਤਮਾ, ਨਿਰੰਤਰ ਲਗਾਤਾਰ ਸਾਰਿਆਂ ਦੇ ਹਿਰਦੇ ਵਿੱਚ ਤੂੰ ਵਸਦਾ ਹੈ। ਹਰ ਏਕੋ ਪੁਰਖ ਸਮਾਣਾ। ਸਾਰਿਆਂ ਵਿੱਚ ਵਿਆਪਕ ਹੋਇਆ ਇੱਕ ਰਸ, ਲਗਾਤਾਰ ਚਾਰੇ ਖਾਣੀਆਂ ਤੇ ਚਾਰੇ
ਬਾਣੀਆਂ ਦੇ ਵਿੱਚ ਬੋਲਦਾ ਵੀ ਤੂੰ ਹੈ ਤੇ ਵਸਿਆ ਵੀ ਤੂੰ ਹੈ। ਘਟ ਘਟ ਮੈਂ ਹਰ ਜੋ ਵਸੈ, ਸੰਤਨ ਕਹਿਓ ਪੁਕਾਰ। ਬਾਣੀ ਦਾ ਬਚਨ ਹੈ। ਘਟ ਘਟ ਵਾਸੀ ਸਰਵ ਨਿਵਾਸੀ, ਨੇਰਾ ਹੀ ਤੇ ਨੇਰਾ। ਸਾਰਿਆਂ ਦੇ ਵਿੱਚ ਉਸ ਦਾ ਵਾਸਾ ਹੈ ਤੇ ਉਸ ਦੇ ਅਨੇਕਾਂ ਰੂਪ ਹਨ। ਇੱਕ ਦਾਤੇ ਇੱਕ ਮੰਗਤੇ ਕੀਤੇ, ਇੱਕ ਦਾਤੇ ਇੱਕ ਭੇਖਾਰੀ, ਜੀ ਸਭ ਤੇਰੇ ਚੋਜ ਵਿਡਾਣਾ। ਕਿਧਰੇ ਤੂੰ ਦਾਤਾ ਬਣਿਆ ਹੋਇਆ, ਕਿਧਰੇ ਮੰਗਤਾ ਬਣਿਆ ਹੋਇਆ, ਦੋਨਾਂ ਦੇ ਵਿੱਚ ਹੀ ਤੂੰ ਵਰਤ ਰਿਹਾ ਹੈ। ਇਹ ਤੇਰੇ ਚੋਜ ਹੈ, ਤੇਰੇ ਅਚਰਜ ਕਰਨ ਵਾਲੇ ਕੌਤਕ ਹਨ ਅਨੇਕਾਂ। ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਈ। ਰਾਗ ਰਾਮਕਲੀ ਦੇ ਵਿੱਚੋਂ ਪਾਤਸ਼ਾਹ ਕਹਿੰਦੇ ਹਨ ਤੀਸਰੇ ਸਤਿਗੁਰੂ। ਇਸੇ ਤਰ੍ਹਾਂ ਆਪੇ ਸ਼ਿਕਾਰੀ ਹੈ, ਆਪੇ ਮੱਛੀ ਹੈ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ। ਉਹ ਆਪ ਹੀ ਸਰੀਰ ਬਣਿਆ, ਚੋਲਾ ਧਾਰਨ ਕੀਤਾ ਹੋਇਆ, ਆਪੇ ਹੀ ਇਸ ਦੇ ਅੰਦਰ ਬੈਠਾ ਹੈ, ਪਤਾਰ ਦਾ ਮਾਲਕ ਬਣ ਕੇ, ਪਤੀ ਬਣ ਕੇ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਇੱਕ ਦਾਤੇ ਇੱਕ ਭੇਖਾਰੀ, ਜੀ ਸਭ ਤੇਰੇ ਚੋਜ ਵਿਡਾਣਾ। ਤੇਰੇ ਵੀ ਚੋਜਾਂ ਦਾ ਕੋਈ ਅੰਤ ਨਹੀਂ ਆਉਂਦਾ ਮਾਲਕਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਤੂੰ ਹੀ ਦਾਤਾ ਹੈ, ਤੂੰ ਹੀ ਦਾਤਾ ਹੈ, ਦਾਤਾ ਦੇਣ ਵਾਲਾ, ਤੇ ਆਪ ਹੀ ਦਾਤਾ ਨੂੰ ਭੋਗਣ ਵਾਲਾ ਹੈ। ਫਿਰ ਪੜ੍ਹੀਏ ਸ਼ਬਦ ਆਪਾਂ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਧਾਰ। ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ। ਆਪੇ ਮਾਛੀ ਮਾਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਨਕੜਾ, ਸਖੀਏ ਮੇਰਾ ਲਾਲ। ਇਸ ਤਰ੍ਹਾਂ ਗੁਰੂ ਪਿਆਰਿਓ ਉਹ ਆਪ ਪਰਿਪੂਰਨ ਪਰਮੇਸ਼ਰ ਸਭ ਕੁਝ ਬਣਿਆ ਹੋਇਆ। ਚੌਥੇ ਪਾਤਸ਼ਾਹ ਜੀ ਸੌ ਪੁਰਖ ਪਰਮੇਸ਼ਰ ਦੀ ਗੱਲ ਕਹਿੰਦੇ ਹਨ। ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨ ਜਾਣਾ। ਤੂੰ ਬੜਾ ਬੇਅੰਤ ਹੈ, ਮੈਂ ਤੈਥੋਂ ਬਗੈਰ ਹੋਰ ਕਿਸੇ ਨੂੰ ਜਾਣਦਾ ਨਹੀਂ। ਭਾਵ ਤੈਨੂੰ ਹੀ ਦੇਖਦਾ ਹਰ ਥਾਂ ਤੇ। ਜਿਵੇਂ ਭਾਈ ਕਨ੍ਹਈਆ ਜੀ ਕਹਿੰਦੇ ਹਨ ਕਿ ਮਹਾਰਾਜ ਮੈਂ ਤਾਂ ਕਿਸੇ ਵੈਰੀ ਮਿੱਤਰ ਨੂੰ ਪਾਣੀ ਪਿਆਇਆ ਨਹੀਂ, ਮੈਂ ਤਾਂ ਪਾਣੀ ਤੁਹਾਨੂੰ ਪਿਆਇਆ। ਇਸ ਅਵਸਥਾ ਦੇ ਭਾਈ ਕਨ੍ਹਈਆ ਜੀ ਪਹੁੰਚੇ। ਤੁਝ ਬਿਨ ਅਵਰ ਨਾ ਜਾਣਾ, ਮੇਰੇ ਸਾਹਿਬਾ ਗੁਣ ਗਾਵਾਂ ਨੇ ਤੇਰੇ, ਮੈਨੂੰ ਤੂੰ ਹੀ ਦਿਖਾਈ ਦਿੰਦਾ ਹਰ ਥਾਂ ਤੇ। ਹਉ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੂੰ ਪਾਪਾਂ ਤੇ ਪੁੰਨਾਂ ਤੋਂ ਪਰੇ ਹੈ, ਬ੍ਰਹਮ ਸਰੂਪ ਹੈ, ਵਿਆਪਕ ਸਰੂਪ ਹੈ। ਤਿੰਨਾਂ ਕਾਲਾਂ ਵਿੱਚ ਬੜਾ ਬੇਅੰਤ 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 ਹੈ। ਤਿੰਨ ਵਾਰੀ ਲਿਖਣ ਦਾ ਮਤਲਬ ਪਹਿਲਾਂ ਵੀ ਬੇਅੰਤ ਸੀ, ਅੱਜ ਵੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੂੰ ਬੜਾ ਬੇਅੰਤ ਹੈ। ਇਹ ਪਰਮੇਸ਼ਰ ਸਰਗੁਣ ਸਰੂਪ ਨਿਰਗੁਣ ਸਰੂਪ ਵਿੱਚ ਵੀ ਬੇਅੰਤ ਹੈ, ਤੇ ਸਰਗੁਣ ਸਰੂਪ ਦਸਾਂ ਗੁਰੂਆਂ ਦੇ ਜਦ ਧਾਰਨ ਕੀਤੇ ਉਹਨਾਂ ਵਿੱਚ ਵੀ ਬੇਅੰਤ। ਤੂੰ ਮਨ ਬਾਣੀ ਕਰਮ ਤੋਂ ਪਰੇ ਹੈ, ਬੇਅੰਤ 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 ਹੈ। ਤੈਨੂੰ ਮਨ ਕਰਕੇ ਕਰਮ ਕਰਕੇ ਬਾਣੀ ਕਰਕੇ ਪੂਰਾ ਕਿਹਾ ਨਹੀਂ ਜਾ ਸਕਦਾ। ਮੈਂ ਤੇਰੇ ਗੁਣਾਂ ਦਾ ਕਿਵੇਂ ਵਿਖਿਆਨ ਕਰਾਂ, ਤੇਰੇ ਕਿਆ ਗੁਣ ਆਖ ਵਖਾਣਾ। ਭਾਵ ਮਨ ਬਾਣੀ ਕਰਕੇ ਮੈਂ ਤੇਰੇ ਪੂਰੇ ਗੁਣ ਦੱਸ ਨਹੀਂ ਸਕਦਾ ਕਿਸੇ ਨੂੰ। ਤੂੰ ਕਿਤਨਾ ਹੈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ। ਐਸਾ ਪਰਮੇਸ਼ਰ ਹੈ, ਸਭ ਕੀਮਤ ਮਿਲ ਕੀਮਤ ਪਾਈ। ਸਾਰੇ ਮਿਲ ਕੇ ਵੀ ਉਹਦੀ ਕੀਮਤ ਪਾਉਣ ਲੱਗਣ ਤਾਂ
ਕਹਿ ਨ ਜਾਈ ਤੇਰੀ ਤਿਲ ਵਡਿਆਈ, ਤਿਲ ਜਿੰਨੀ ਵੀ ਉਹਦੀ ਮਹਿਮਾ ਪੂਰੀ ਨਹੀਂ ਕਰ ਸਕਦੇ। ਮੈਂ ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰਾਂ। ਇਸ ਕਰਕੇ ਤੇਰੇ ਕਿਆ ਗੁਣ ਆਖ ਵਖਾਣਾ। ਜਿਹਵਾ ਇੱਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਦਾਤਿਆ। ਇਸੇ ਕਰਕੇ ਸ਼ਾਇਦ ਧੰਨ ਗੁਰੂ ਨਾਨਕ ਦੇਵ ਜੀ ਆਨੰਦ ਨੂੰ ਮਾਣਨ ਦੇ ਲਈ ਕਹਿੰਦੇ ਹਨ, ਇੱਕ ਦੋ ਜੀਭੋ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲਾ ਗੇੜਾ ਆਖੀਐ ਏਕ ਨਾਮ ਜਗਦੀਸ਼। ਮੈਂ ਉਸ ਪਰਮੇਸ਼ਰ ਨੂੰ ਜਿਹੜਾ ਹੈ ਇਸ ਜੀਵ ਦੇ ਨਾਲ ਲੱਖਾਂ ਵਾਰੀ ਕਹਿਣਾ ਚਾਹੁੰਦਾ ਹਾਂ। ਜੇ ਕਿਤੇ ਮੇਰੀਆਂ ਲੱਖਾਂ ਜੀਭਾਂ ਹੋ ਜਾਣ, ਇੱਕ ਜੀਵ ਤੋਂ ਲੱਖ ਹੋ ਜਾਣ, ਲੱਖ ਤੋਂ 20 ਲੱਖ ਹੋ ਜਾਣ, ਭਾਵ ਜਿੰਨੇ ਰੋਮ ਹੈ ਰੋਮ ਰੋਮ ਮੇਰੀ ਜੀਵਾ ਬਣ ਜਾਵੇ, ਤਾਂ ਮੈਂ ਉਸ ਪਰਮੇਸ਼ਰ ਦੇ, ਅਦਵੈਤ ਪਰਮੇਸ਼ਰ ਦੇ ਗੁਣ ਗਾਵਾਂ। ਪਰ ਮੈਂ ਕਿਵੇਂ ਗਾਵਾਂ? ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ ਜਿਹੜੇ ਤੈਨੂੰ ਸਿਮਰਨਾ ਕਰਦੇ ਹਨ, ਹਮੇਸ਼ਾ ਯਾਦ ਕਰਦੇ ਹਨ। ਇਹ ਨਾਨਕ ਉਹਨਾਂ ਤੋਂ ਬਲਿਹਾਰੇ ਜਾਂਦਾ ਹੈ। ਸਮੇਂ ਸਮੇਂ 'ਤੇ ਜਦੋਂ ਵੀ ਕਿਸੇ ਨੇ ਤੈਨੂੰ ਸਿਮਰਿਆ ਤਾਂ ਤੂੰ ਉਹਨਾਂ ਦੀ ਪੈਜ ਰੱਖੀ। ਹਰ ਜੁਗ ਜੁਗ ਭਗਤਿ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਸੇਵੇ ਅੰਤ ਲੈ ਛਡਾਇਆ। ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਐਸੀ ਲਾਲ ਤੁਝ ਬਿਨ ਕੌਣ ਕਰੈ ਐਸੀ। ਸੋ ਪੁਰਖ ਸ਼ਬਦ ਦੇ ਦੋ ਪਰਿਆਂ ਦੀ ਵਿਚਾਰ, ਰਹਿੰਦੇ ਪਰਿਆਂ ਦੀ ਵਿਚਾਰ ਆਪਾਂ ਅਗਲੇ ਦੀਵਾਨਾਂ ਵੀ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।